ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਕਰਾਂਗੇ ਕਲਾਸ 8th ਚੈਪਟਰ 15th ਇੰਟਰੋਡਕਸ਼ਨ ਟੂ ਗ੍ਰਾਫਾਂ ਬਾਰੇ ਜਾਣਕਾਰੀ, ਜਿਸ ਦੇ ਵਿੱਚ ਅਸੀਂ ਐਕਸਰਸਾਈਜ਼ 15.3 ਬਾਰੇ ਗੱਲ ਕਰਾਂਗੇ। ਸੋ ਦੇਖੋ ਤੁਹਾਡੇ ਕੋਲ ਇੱਕ ਨਿਊਜ਼ਪੇਪਰ ਜਿਹੜਾ ਲੱਗਿਆ ਨਜ਼ਰ ਆ ਰਿਹਾ ਹੋਵੇਗਾ, ਇਸ ਦੀ ਅਸੀਂ ਲੋੜ ਪੈਣ ਤੇ ਜਿਹੜੀ ਕਿ ਦੇਖਦੇ ਹਾਂ ਕਿਸ ਤਰ੍ਹਾਂ ਵਰਤੋਂ ਕਰਨੀ ਹੈ। ਸੋ ਸਭ ਤੋਂ ਪਹਿਲਾ ਕੁਐਸਚਨ ਹੈ ਸਾਡੇ ਕੋਲ, ਕੁਐਸਚਨ ਫਸਟ, ਜਿਸ ਵਿੱਚ ਸਾਡੇ ਕੋਲ ਇੱਕ ਟੇਬਲ ਜਿਹੜਾ ਕਿ ਉਹ ਦਿੱਤਾ ਗਿਆ ਹੈ। ਦੇਖਦੇ ਹਾਂ ਕਿ ਉਸ ਦੇ ਵਿੱਚ ਸਾਡੇ ਕੋਲ ਕੀ ਦਿੱਤਾ ਗਿਆ ਹੈ। ਸੋ ਜਿਸ ਵਿੱਚ ਸਾਡੇ ਕੋਲ ਉੱਪਰ ਵਾਲੇ ਕਾਲਮ 'ਚ ਲਿਖਿਆ ਹੈ ਸੇਬਾਂ ਦੀ ਸੰਖਿਆ, ਸੇਬਾਂ ਦੀ ਸੰਖਿਆ, ਨੰਬਰ ਆਫ ਐਪਲਸ। ਫਿਰ ਸਾਡੇ ਕੋਲ ਨੀਚੇ ਦਿੱਤਾ ਗਿਆ ਹੈ ਮੁੱਲ ਰੁਪਏ ਵਿੱਚ, ਮਤਲਬ ਕਿ ਸਾਡੇ ਕੋਲ ਕੋਸਟ ਜਿਹੜੀ ਕਿ ਨੀਚੇ ਦਿੱਤੀ ਗਈ ਹੈ। ਸੋ ਸੇਬਾਂ ਦੀ ਸੰਖਿਆ ਸਾਡੇ ਕੋਲ ਕਿੰਨੀ ਦਿੱਤੀ ਗਈ ਹੈ? 1 2 3 4 ਅਤੇ 5। ਸੋ ਇਸ ਤਰ੍ਹਾਂ ਜਿਹੜਾ ਸਾਡੇ ਕੋਲ ਇੱਕ ਟੇਬਲ ਹੈ ਉਹ ਦਿੱਤਾ ਗਿਆ ਹੈ, ਤੇ ਜਿਸ ਵਿੱਚ ਸਾਡੇ ਕੋਲ ਮੁੱਲ ਦਿੱਤਾ ਗਿਆ ਹੈ ਸੇਬਾਂ ਦਾ 5 10 15 20 25। ਸੋ ਨਾਲ ਸਾਨੂੰ ਲਿਖਿਆ ਹੈ ਕਿ ਇਸ ਦਾ ਗ੍ਰਾਫ ਜਿਹੜਾ ਬਣਾਓ। ਸੋ ਇਸ ਦਾ ਗ੍ਰਾਫ ਅਸੀਂ ਬਣਾਉਣਾ ਹੈ ਰੇਖੀ ग्राफ ऊपर दर्शाओ। सो सब तो पहला असीं ये देख लीए टेबल सानू की दस रहा है। टेबल विच साडे कोल दो चीज़ां हन, एक पासे साडे कोल सेबां दी संख्या है, दूसरी साइड ते साडे कोल उन्हां दा जिहड़ा कि मुੱਲ दिता गया है। ਹੁਣ ਦੇਖੋ ਜਦੋਂ ਸੇਬ ਦੀ ਸੰਖਿਆ 1 ਹੈ, ਮਤਲਬ ਕਿ ਤੁਸੀਂ ਫਰੂਟ ਸੈਲਰ ਦੇ ਕੋਲੋਂ ਇੱਕ ਸੇਬ ਦੀ ਡਿਮਾਂਡ ਕਰਦੇ ਹੋ ਤਾਂ ਉਹ ਇੱਕ ਸੇਬ ਤੁਹਾਨੂੰ ਦਿੰਦਾ ਹੈ ਤਾਂ ਤੁਹਾਡੇ ਕੋਲ ਕਿੰਨੇ ਰੁਪਏ ਲੈਂਦਾ ਹੈ? 5 ਰੁਪਏ। ਇਸ ਦਾ ਮਤਲਬ ਕਿ ਇੱਕ ਸੇਬ ਕਿੰਨੇ ਦਾ ਹੋਇਆ? 5 ਰੁਪਏ ਦਾ। ਸੋ ਤੁਸੀਂ ਦੋ ਸੇਬਾਂ ਦੀ ਡਿਮਾਂਡ ਕਰੋਗੇ ਤਾਂ ਤੁਹਾਡੇ ਕੋਲ ਜਿਹੜਾ ਕਿ ਕਿੰਨੇ ਪੈਸਿਆਂ ਦੀ ਡਿਮਾਂਡ ਰੱਖੇਗਾ? ਉਹ ਤੁਸੀਂ ਦੋ ਸੇਬ ਕਹੇ, ਉਸਨੇ ਤੁਹਾਡੇ ਕੋਲ 10 ਰੁਪਏ ਮੰਗੇ ਤਾਂ ਤੁਸੀਂ ਉਸਨੂੰ 10 ਰੁਪਏ ਜਿਹੜੇ ਕਿ ਦਿੱਤੇ। ਸੋ 3 ਸੇਬ ਹੋਣਗੇ, एक सेब 5 रुपए का, 3 सेब किन्ने दे हो गए? 5 3 15, 5 तीए 15 15 दे। सो 4 सेब साडे को इस तरह ही 20 रुपए के हो गए, तो 5 सेब साडे को इस तरह ही 25 रुपए के हो गए। हुण दोवां दे विचों देखो कि जदों असीं बोल रहे हैं नाल नाल एक चीज़ तुसीं कह रहे हो, दूसरी जिहड़ी चीज़ आ वो साडे को फ्रूट सैलर जिहड़ा कि फल बेचण वाला है वो दस रहा है। तुसीं डिमांड रख रहे हो तो वो तुहाडी डिमांड नूं जिहड़ा कि पूरी कर रहा है। तुहाडी मंग है सेबां दी संख्या, ਅਤੇ ਜੋ ਤੁਹਾਡੇ ਕੋਲ ਸੇਬ ਵੇਚਣ ਵਾਲਾ ਹੈ, ਫਲ ਵੇਚਣ ਵਾਲਾ ਹੈ, ਉਸ ਦੀ ਮੰਗ ਕੀ ਹੈ ਕਿ ਉਸ ਨੂੰ ਤੁਸੀਂ ਰੁਪਏ ਦਿਓ। ਠੀਕ ਹੈ। ਸੋ ਇਹ ਹੈ ਤੁਸੀਂ ਅਤੇ ਇਹ ਹੈ ਸਾਡਾ ਫਲ ਵੇਚਣ ਵਾਲਾ, ਫਲ ਵੇਚਣ ਵਾਲਾ। ਸੋ ਸਭ ਤੋਂ ਪਹਿਲਾਂ ਤੁਸੀਂ ਇਹ ਤਾਂ ਜਿਹੜੀ ਚੀਜ਼ ਤੁਸੀਂ ਡਿਮਾਂਡ ਕਰ ਰਹੇ ਹੋ ਪਹਿਲਾਂ ਉਹ ਸਾਡਾ ਹੈਗਾ ਇੱਕ ਸੁਤੰਤਰ ਚੀਜ਼, ਸੁਤੰਤਰ, ਜਿਸ ਨੂੰ ਅਸੀਂ ਬੋਲਦੇ ਹਾਂ ਇੰਡੀਪੈਂਡੈਂਟ। ਠੀਕ ਹੈ। ਸੋ ਪੂਰਾ ਲਿਖ ਦਿੰਦੇ ਹਾਂ ਇੰਡੀਪੈਂਡੈਂਟ। ਸੋ ਨਾਲ ਹੈ ਤੁਹਾਡੇ ਕੋਲ ਫਲ ਵੇਚਣ ਵਾਲਾ, ਜੋ ਹੈ ਨਿਰਭਰ ਕਰਦਾ ਹੈ ਤੁਹਾਡੇ ਕੋਲ ਕਿ ਉਹ ਨਿਰਭਰ ਕੀ ਕਰਦਾ ਹੈ, ਤੁਸੀਂ ਜਿੰਨੇ ਫਲ ਕਹੋਗੇ ਉਨਿਆਂ ਦੇ ਹਿਸਾਬ ਨਾਲ ਤੁਹਾਨੂੰ ਜਿਹੜਾ ਕਿ ਰੇਟ ਹੈ ਉਸਦਾ ਦੱਸ ਦੇਗਾ। ਇਹ ਹੈ ਸਾਡੇ ਕੋਲ ਡਿਪੈਂਡੈਂਟ, ਮਤਲਬ ਕਿ ਜਦੋਂ ਤੱਕ ਤੁਸੀਂ ਸੇਬਾਂ ਦੀ ਸੰਖਿਆ ਨਹੀਂ ਦੱਸੋਗੇ ਉਦੋਂ ਤੱਕ ਤੁਹਾਨੂੰ ਜਿਹੜਾ ਕਿ ਉਸਦਾ ਮੁੱਲ ਜਿਹੜਾ ਹੈ ਕਿ ਉਹ ਨਹੀਂ ਪਤਾ ਲੱਗੇਗਾ। ਸੋ ਇਸ ਤਰ੍ਹਾਂ ਸਾਡੇ ਕੋਲ ਦੋ ਚੀਜ਼ਾਂ ਆਈਆਂ, ਇੱਕ ਸੁਤੰਤਰ ਹੈ ਤੇ ਇੱਕ ਨਿਰਭਰ। ਹੁਣ ਜਿਹੜੀ ਚੀਜ਼ ਸੁਤੰਤਰ ਹੁੰਦੀ ਹੈ ਉਸ ਨੂੰ ਅਸੀਂ ਕਿਤੇ ਦਰਸਾਉਣਾ ਹੈ? ਐਕਸ ਐਕਸਿਸ ਤੇ, ਐਕਸ ਧੁਰੇ ਤੇ। ਸੋ ਜਿਹੜੀ ਚੀਜ਼ ਸਾਡੇ ਕੋਲ ਨਿਰਭਰ ਹੈ ਉਸ ਨੂੰ ਅਸੀਂ ਕਾਹਤੇ ਦਰਸਾਉਣਾ ਹੈ? वाई एक्सिस ते वाई धुरे ते। ठीक है, इस तरह ये साडा की है एक्स धुरा। ये एक साडे कोल लीटवीं रेखा होंदी है
ਲੇਟਵੀਂ ਰੇਖਾ, ਇਹ ਸਾਡੇ ਕੋਲ ਇੱਕ ਖੜਵੀਂ ਰੇਖਾ ਜਿਹੜੀ ਕਿ ਉਹ ਹੁੰਦੀ ਹੈ। ਹੁਣ ਦੇਖੋ ਇਹ ਜਿਹੜਾ ਨਿਊਜ਼ਪੇਪਰ ਲਗਾਇਆ ਹੈ ਇਸ ਸਾਈਡ ਤੇ ਸਾਡੇ ਕੋਲ ਇੱਕ ਕੀ ਹੈ ਵੇਖਦੇ ਹਾਂ। ਇਹ ਹੈ ਸਾਡੇ ਕੋਲ ਇੱਕ ਗ੍ਰਾਫ ਜੋ ਅਸੀਂ ਬਣਾ ਰੱਖਿਆ ਹੈ। ਹੁਣ ਇਸ ਦੇ ਉੱਪਰ ਦੋ ਧੁਰੇ ਹਨ, ਇੱਕ ਐਕਸ ਧੁਰਾ ਤੇ ਇੱਕ ਵਾਈ ਧੁਰਾ। ਸੋ ਐਕਸ ਧੁਰਾ ਕੀ ਹੈ? ਲੇਟਵੀਂ ਰੇਖਾ। ਲੇਟਵੀਂ ਰੇਖਾ ਸਾਡੇ ਕੋਲ ਕਿਹੜੀ ਹੈ? ਇਹ ਵਾਲੀ ਸਾਡੀ ਹੈ ਲੇਟਵੀਂ ਰੇਖਾ, ਇਹ ਸਾਡਾ ਹੈ ਐਕਸ ਐਕਸਿਸ। ਸੋ ਇਹ ਹੈ ਸਾਡੀ ਖੜਵੀਂ ਰੇਖਾ ਜੋ ਹੈ ਸਾਡਾ ਵਾਈ ਐਕਸਿਸ। ਸੋ ਲੇਟਵੀਂ ਰੇਖਾ ਤੇ ਕੀ ਆਣਾ ਹੈ ਸਾਡੇ ਕੋਲ? ਸੇਬਾਂ ਦੀ ਸੰਖਿਆ। ਸੋ ਇਸ ਸਾਈਡ ਤੇ ਅਸੀਂ ਲਿਖਦੇ ਹਾਂ ਸੇਬਾਂ ਦੀ ਸੰਖਿਆ, ਨੰਬਰ ਆਫ ਐਪਲਸ ਆ ਗਏ ਸਾਡੇ ਕੋਲ। ਸੋ ਜੋ ਸਾਡਾ ਵਾਈ ਧੁਰਾ ਹੈ ਇਸ ਤੇ ਸਾਡੇ ਕੋਲ ਕੀ ਆ ਜਾਂਦਾ ਹੈ? ਮੁੱਲ ਆ ਜਾਏਗਾ ਕਿ ਸਾਡੇ ਕੋਲ ਕਿੰਨਾ ਜਿਹੜਾ ਕਿ ਉਹ ਮੁੱਲ ਆ ਦਿੱਤਾ ਹੋਇਆ ਹੈ, ਮੁੱਲ ਰੁਪਿਆਂ ਵਿੱਚ। ਹੁਣ ਸਾਡੇ ਕੋਲ ਇਹ ਜਿਹੜਾ ਪੁਆਇੰਟ ਹੈ ਜਿੱਥੇ ਇੱਕ ਐਕਸ ਧੁਰਾ ਇਸ ਸਾਈਡ ਤੋਂ ਆਉਂਦਾ ਹੈ, ਵਾਈ ਧੁਰਾ ਆਉਂਦਾ ਹੈ, ਦੋਵੇਂ ਮਿਲਦੇ ਹਨ, ਇਹ ਸਾਡੇ ਕੋਲ ਪੁਆਇੰਟ ਬਣਦਾ ਹੈ ਉਹ ਜਿਸ ਨੂੰ ਅਸੀਂ ਆਰੰਭਿਕ ਬਿੰਦੂ ਜਾਂ ਪੁਆਇੰਟ ਆਫ ਓਰੀਜਨ ਜਾਂ ਰੈਫਰੈਂਸ ਪੁਆਇੰਟ ਵੀ ਅਸੀਂ ਕਹਿੰਦੇ ਹਾਂ। ਹੁਣ ਅਸੀਂ ਕਿਸ ਤਰ੍ਹਾਂ ਦਰਸਾਉਣਾ ਹੈ ਸੇਬਾਂ ਦੀ ਸੰਖਿਆ ਨੂੰ ਤੇ ਉਸ ਦੇ ਮੁੱਲ ਨੂੰ? ਦੇਖੋ ਸਾਡੇ ਕੋਲ 1 2 3 4 5 ਦਿੱਤਾ ਹੈ, 1। ਇਸ ਦੇ ਵਿੱਚ ਦੇਖੋ ਸਾਡੇ ਕੋਲ ਛੋਟੇ ਛੋਟੇ ਵਰਗ ਜਿਹੜੇ ਆ ਉਹ ਬਣੇ ਨਜ਼ਰ ਆ ਰਹੇ ਹਨ। ਸੋ ਇੱਕ ਜਿਹੜਾ ਸੇਬ ਹੈ ਉਸ ਨੂੰ ਅਸੀਂ ਦਰਸਾਵਾਂਗੇ ਕਿ ਉਹ 4 ਵਰਗਾਂ ਦੇ ਬਰਾਬਰ ਹੈ, ਠੀਕ ਹੈ। ਤਾਂ 2 ਸੇਬ 8 ਵਰਗਾਂ ਦੇ ਬਰਾਬਰ, 3 ਸੇਬ 12 ਵਰਗਾਂ ਦੇ ਬਰਾਬਰ, ਤੇ ਨਾਲ ਹੈ ਸਾਡੇ ਕੋਲ ਇਸ ਸਾਈਡ ਤੇ ਮੁੱਲ ਦਿੱਤਾ ਹੋਇਆ। ਇਸ ਸਾਈਡ ਤੇ ਅਸੀਂ ਦਰਸਾਵਾਂਗੇ 5 ਨੂੰ ਦਰਸਾਵਾਂਗੇ ਅਸੀਂ 5 ਵਰਗਾਂ ਦੇ ਬਰਾਬਰ। ਸੋ ਇਸ ਤਰ੍ਹਾਂ ਹੀ ਸਾਡੇ ਕੋਲ ਜਿਹੜਾ ਕਿ 10 ਮੁੱਲ ਹੋਊਗਾ ਉਹ 10 ਵਰਗਾਂ ਦੇ ਬਰਾਬਰ ਆ ਜਾਏਗਾ, ਠੀਕ ਹੈ। ਸੋ ਦਰਸਾਉਂਦੇ ਹਾਂ ਅਸੀਂ 1 2 3 4 ਇਹ ਸਾਡੇ ਕੋਲ ਆ ਗਿਆ 1 ਸੇਬ, 1 2 3 4 ਇਹ ਸਾਡੇ ਕੋਲ ਆ ਗਏ 2 ਸੇਬ, 1 2 3 4 ਇਹ ਆ ਗਿਆ 3, 1 2 3 4 ਇਹ ਆ ਗਿਆ ਸਾਡੇ ਕੋਲ 4, 1 2 3 4 ਇਹ ਸਾਡੇ ਕੋਲ ਆ ਗਿਆ 5, 1 2 3 4 ਇਹ ਸਾਡੇ ਕੋਲ ਆ ਗਿਆ 6। ਹੁਣ ਦੇਖੋ ਸਾਡੇ ਕੋਲ ਵਾਈ ਧੁਰੇ ਤੇ ਦਰਸਾਉਣਾ ਹੈ ਅਸੀਂ, ਸਾਡੇ ਕੋਲ ਕੀ ਆਉਂਦਾ ਹੈ 1 2 3 4 5 ਵਾਰ ਗਿਣੇ ਸਾਡੇ ਕੋਲ 1 2 3 4 5, 1 2 3 4 5, 1 2 3 4 5, 1 2 3 4 5, 1 2 3 4 5। ਸੋ ਸਾਡੇ ਕੋਲ ਪਹਿਲਾ ਵਰਗ ਹੈ ਕਿੰਨਾ ਆਏਗਾ? ਪਹਿਲੇ ਹਿੱਸੇ ਦੇ ਵਿੱਚ 5, ਫਿਰ ਆਏਗਾ 10, ਫਿਰ ਆਉਂਦਾ ਹੈ ਸਾਡਾ 15, ਫਿਰ ਆਉਂਦਾ ਹੈ 20, ਫਿਰ ਸਾਡਾ ਆਉਂਦਾ ਹੈ 25, ਫਿਰ ਆਉਂਦਾ ਹੈ ਸਾਡਾ 30। ਸੋ ਸਾਨੂੰ 25 ਤੱਕ ਹੀ ਲੋੜ ਹੈ ਵੈਸੇ। ਹੁਣ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਇਹਨਾਂ ਨੂੰ ਮਿਲਾਉਣਾ ਹੈ ਤੇ ਪੁਆਇੰਟ ਬਣਾਉਣੇ ਹਨ ਤੇ ਫਿਰ ਸਾਡੇ ਕੋਲ ਜਿਹੜਾ ਗ੍ਰਾਫ ਹੈ ਉਹ ਤਿਆਰ ਹੋਵੇਗਾ। ਸੋ ਜਦੋਂ ਸਾਡੇ ਕੋਲ ਇਹ ਦੋਵੇਂ ਪੁਆਇੰਟ ਹੋਣਗੇ ਸਾਡੇ ਕੋਲ ਪੁਆਇੰਟ ਬਣੇਗਾ A, ਫਿਰ ਸਾਡੇ ਕੋਲ ਜਦੋਂ ਇਹ ਦੋਵੇਂ ਪੁਆਇੰਟ ਹੋਣਗੇ ਸਾਡੇ ਕੋਲ ਪੁਆਇੰਟ B ਬਣੇਗਾ, ਇਹ ਦੋਵੇਂ ਹੋਣਗੇ ਪੁਆਇੰਟ C ਬਣਾਵਾਂਗੇ, ਜਦੋਂ ਇਹ ਦੋਵੇਂ ਹੋਣਗੇ D, ਫਿਰ ਸਾਡੇ ਕੋਲ ਜਦੋਂ ਇਹ ਹੋਵੇਗਾ ਸਾਡੇ ਕੋਲ ਬਣੇਗਾ E। ਸਾਡੇ ਕੋਲ 5 ਪੁਆਇੰਟ ਬਣਨਗੇ। ਸੋ ਸਭ ਤੋਂ ਪਹਿਲਾਂ ਦੇਖੋ ਸੇਬਾਂ ਦੀ ਸੰਖਿਆ 1 ਹੈ, ਮੁੱਲ ਕਿੰਨਾ ਹੈ? 5 ਰੁਪਏ। ਸੋ ਦੇਖੋ ਇਸ ਤੋਂ ਅਸੀਂ ਉੱਪਰ ਵੱਲ ਜਾਂਦੇ ਹਾਂ ਕਿਉਂਕਿ 5 ਉੱਪਰ ਪਿਆ ਹੈ। ਦੇਖੋ ਅਸੀਂ ਉੱਪਰ ਵੱਲ ਗਏ ਤਾਂ ਇਸ ਸਾਈਡ ਤੋਂ ਇੱਕ ਰੇਖਾ, ਇਹ ਦੋਵੇਂ ਰੇਖਾਵਾਂ ਆਪਸ ਵਿੱਚ ਕੱਟੀਆਂ ਹਨ ਤੇ ਦੋਵੇਂ ਰੇਖਾਵਾਂ ਕਿਸ ਪੁਆਇੰਟ ਤੇ ਕੱਟਦੀਆਂ? ਸਾਡੇ ਕੋਲ ਇਸ ਪੁਆਇੰਟ ਤੇ ਜਿਸ ਪੁਆਇੰਟ ਤੇ ਕੱਟੀਆਂ ਸਾਡੇ ਕੋਲ ਪੁਆਇੰਟ ਬਣ ਗਿਆ ਇਹ, ਜਿੱਥੇ ਸਾਡੇ ਕੋਲ 1 ਸੇਬ ਹੈ ਤੇ ਮੁੱਲ ਕਿੰਨਾ ਹੈ? 5 ਰੁਪਏ। ਫਿਰ ਸਾਡੇ ਕੋਲ 2 ਸੇਬ ਹੋ ਗਏ ਤਾਂ ਸਾਡੇ ਕੋਲ ਉਸਦਾ ਮੁੱਲ ਕਿੰਨਾ ਹੋ ਜਾਂਦਾ ਹੈ? 10। ਇਹ ਦੇਖੋ ਇਸ ਤਰ੍ਹਾਂ ਹੀ ਸਾਡੇ ਕੋਲ ਦੋਵੇਂ ਰੇਖਾਵਾਂ ਕਿਹੜੇ ਪੁਆਇੰਟ ਤੇ ਕੱਟਦੀਆਂ ਹਨ? B ਤੇ। ਫਿਰ ਸਾਡੇ ਕੋਲ ਇਸ ਤਰ੍ਹਾਂ ਹੀ ਸੇਬ ਹੁੰਦੇ ਹਨ ਸਾਡੇ ਕੋਲ 3 ਤੇ ਉਹਨਾਂ ਦਾ ਸਾਡੇ ਕੋਲ ਕੋਸਟ ਕਿੰਨੀ ਹੈ? 15। ਇਹ ਦੇਖੋ ਸਾਡੇ ਕੋਲ ਪੁਆਇੰਟ ਬਣ ਜਾਂਦਾ ਹੈ C। ਫਿਰ ਸਾਡੇ ਕੋਲ ਇਸ ਤਰ੍ਹਾਂ ਹੀ 4 ਸੇਬ ਤੇ ਇਸ ਸਾਈਡ ਤੇ ਸਾਡੇ ਕੋਲ ਖਰਚਾ ਕਿੰਨਾ ਆ ਜਾਂਦਾ ਹੈ? 20 ਰੁਪਏ। ਦੋਵੇਂ ਰੇਖਾਵਾਂ ਕੱਟੀਆਂ, ਪੁਆਇੰਟ ਬਣ ਗਿਆ ਸਾਡੇ ਕੋਲ D। ਫਿਰ ਦੇਖੋ ਸਾਡੇ ਕੋਲ 5 ਸੇਬ ਹੁੰਦੇ ਹਨ। ਉੱਪਰ ਵੱਲ ਚੱਲਦੇ ਹਾਂ ਅਸੀਂ ਕਿਉਂਕਿ ਸਾਡੇ ਕੋਲ ਜਿਹੜਾ ਕਿ ਮੁੱਲ ਹੈ ਉਹ ਵਾਈ ਧੁਰੇ ਤੇ ਉੱਪਰ ਵਾਲੀ ਦਿਸ਼ਾ ਵਿੱਚ ਪਿਆ ਹੈ। ਇਸ ਸਾਈਡ ਤੋਂ ਸਾਡੇ ਕੋਲ ਅਸੀਂ ਸੱਜੇ ਪਾਸੇ ਜਾਵਾਂਗੇ। ਸੋ ਕਰਨਾ ਕਿ ਅਸੀਂ ਨੀਚੇ ਤੋਂ ਉੱਪਰ ਤੇ ਖੱਬੇ ਤੋਂ ਸੱਜੇ, ਵਾਈ ਧੁਰੇ ਤੋਂ ਸੱਜੇ, ਐਕਸ ਧੁਰੇ ਤੋਂ ਉੱਪਰ ਜਾਣਾ ਹੈ। ਇੱਥੇ ਕੱਟਦੀਆਂ ਦੋਵੇਂ ਰੇਖਾਵਾਂ ਸਾਡੇ ਕੋਲ ਪੁਆਇੰਟ ਬਣਦਾ ਹੈ E। ਸੋ ਸਾਡੇ ਕੋਲ 5 ਦੇ 5 ਪੁਆਇੰਟ ਬਣ ਕੇ ਤਿਆਰ ਜਿਹੜੇ ਕਿ ਹੋ ਜਾਂਦੇ ਹਨ।
ਸੋ ਸਾਡੇ ਕੋਲ ਇਸ ਤਰ੍ਹਾਂ ਰੇਖਾ ਜਿਹੜੀ ਬਣੇਗੀ ਉਹ ਕੀ ਬਣੇਗੀ, ਰੇਖਾ ਬਰਾਬਰ ਹੋਏਗੀ ਸਾਡੇ ਕੋਲ ਰੇਖਾ ਖੰਡ। ਕਿਹੜੇ ਕਿਹੜੇ ਖੰਡ ਹੋਣਗੇ ਸਾਡੇ ਕੋਲ, ਹਿੱਸੇ ਹੋਣਗੇ ਲਾਈਨ ਸੈਗਮੈਂਟਸ। ਇੱਕ ਸਾਡੇ ਕੋਲ ਹੋਏਗਾ ਏ ਬੀ, ਏ ਤੋਂ ਬੀ ਤੱਕ ਬਣਦਾ ਹੈ। ਫਿਰ ਸਾਡੇ ਕੋਲ ਪਲੱਸ ਬੀ ਸੀ ਜੋ ਬੀ ਤੋਂ ਸੀ ਤੱਕ ਬਣਦਾ ਹੈ। ਫਿਰ ਸਾਡੇ ਕੋਲ ਸੀ ਡੀ ਜੋ ਸੀ ਤੋਂ ਡੀ ਤੱਕ ਬਣਦਾ ਹੈ। ਫਿਰ ਸਾਡੇ ਕੋਲ ਪਲੱਸ ਡੀ ਈ ਜੋ ਡੀ ਤੋਂ ਈ ਤੱਕ ਬਣਦਾ ਹੈ। ਇਸ ਤਰ੍ਹਾਂ ਸਾਡੇ ਕੋਲ ਸਾਰੇ ਰੇਖਾਖੰਡ ਆਪਸ ਵਿੱਚ ਜੋੜ ਦਿੱਤੇ ਗਏ ਹਨ। ਸੋ ਜਦੋਂ ਸਾਰਿਆਂ ਨੂੰ ਆਪਸ ਵਿੱਚ ਜੋੜਤਾ ਤਾਂ ਸਾਡੇ ਕੋਲ ਇੱਕ ਰੇਖਾ ਬਣ ਕੇ ਤਿਆਰ ਹੋ ਜਾਂਦੀ ਹੈ। ਰੇਖਾ ਕਿਹੜੀ ਹੋ ਗਈ ਸਾਡੇ ਕੋਲ, ਏ ਈ ਜਿਹੜੀ ਇੱਕ ਰੇਖਾ ਸਾਡੇ ਕੋਲ ਬਣ ਕੇ ਤਿਆਰ ਹੋ ਜਾਂਦੀ ਹੈ। ਸੋ ਇਹ ਹੈ ਸਾਡਾ ਜਿਹੜਾ ਕਿ ਇੱਕ ਰੇਖੀ ਗ੍ਰਾਫ, ਜਿਸ ਦੇ ਵਿੱਚ ਅਸੀਂ ਦੇਖਿਆ ਹੈ ਕਿਸ ਤਰ੍ਹਾਂ ਅਸੀਂ ਦੋਵੇਂ ਜੋ ਸਾਡੇ ਕੋਲ ਚੀਜ਼ਾਂ ਦਿੱਤੀਆਂ ਗਈਆਂ ਹਨ, ਇੱਕ ਸੇਬਾਂ ਦੀ ਸੰਖਿਆ, ਦੂਸਰਾ ਉਸ ਦਾ ਮੁੱਲ, ਇੱਕ ਨੂੰ ਅਸੀਂ x ਤੋਂ ਲੈ ਕੇ ਕਿਸ ਨੂੰ ਦਰਸਾਉਣਾ ਹੈ, y ਤੋਂ ਲੈ ਕੇ ਕਿਸ ਨੂੰ ਦਰਸਾਉਣਾ ਹੈ, ਤੇ ਫਿਰ ਉਹਨਾਂ ਦੇ ਪੁਆਇੰਟਸ ਨੂੰ ਅਸੀਂ ਕਿਸ ਤਰ੍ਹਾਂ ਮਿਲਾ ਕੇ ਗ੍ਰਾਫ ਜਿਹੜਾ ਉਹ ਬਣਾਉਣਾ ਹੈ। ਸੋ ਇਹ ਸਾਡਾ ਕੁਐਸਚਨ ਫਸਟ। ਸੋ ਹੁਣ ਅਸੀਂ ਦੇਖਦੇ ਹਾਂ ਕਿ ਆਪਣਾ ਕੁਐਸਚਨ ਸੈਕੰਡ ਜਿਹੜਾ ਸਾਡੇ ਕੋਲ ਕੀ ਹੈ। ਸੋ ਉਸ ਦੇ ਵਿੱਚ ਵੀ ਸਾਡੇ ਕੋਲ ਇੱਕ ਇਸ ਤਰ੍ਹਾਂ ਹੀ ਟੇਬਲ ਜਿਹੜਾ ਕਿ ਉਹ ਬਣਾ ਕੇ ਦਿੱਤਾ ਗਿਆ ਹੋਵੇਗਾ। ਉਹ ਦੇਖਾਂਗੇ ਕਿ ਉਸ ਦੇ ਵਿੱਚ ਸਾਡੇ ਕੋਲ ਕੀ ਦਿੱਤਾ ਗਿਆ ਹੈ, ਜਿਸ ਵਿੱਚ ਸਾਡੇ ਕੋਲ ਪਹਿਲਾਂ ਆਉਂਦਾ ਹੈ ਇੱਕ ਵਰਗ ਦੀ ਭੁਜਾ ਤੇ ਨਾਲ ਹੈ ਸਾਡੇ ਕੋਲ ਵਰਗ ਦਾ ਪਰਿਮਾਪ ਤੇ ਨਾਲ ਉਸ ਦਾ ਦਿੱਤਾ ਗਿਆ ਹੈ ਪਰਿਮਾਪ। ਸੋ ਜੋ ਭੁਜਾ ਹੈ ਜਾਂ ਪਰਿਮਾਪ ਹੈ ਸਾਡੇ ਕੋਲ ਆਕਾਸ਼ ਦੇ ਵਿੱਚ ਦਿੱਤੇ ਗਏ ਹਨ। ਇਹ ਵੀ ਸਾਡੇ ਕੋਲ ਸੈਂਟੀਮੀਟਰ ਵਿੱਚ ਦਿੱਤਾ ਗਿਆ ਹੈ। ਇਹ ਵੀ ਸਾਡੇ ਕੋਲ ਜਿਹੜਾ ਪਰਿਮਾਪ ਹੈ ਉਹ ਸੈਂਟੀਮੀਟਰ 'ਚ ਦਿੱਤਾ ਗਿਆ ਹੈ। ਸੋ ਵਰਗ ਦੀ ਭੁਜਾ ਕਿੰਨੀ ਹੈ, 2 3 3.5 5 ਫਿਰ ਹੈ ਸਾਡੇ ਕੋਲ 6। ਸੋ ਹੁਣ ਅਸੀਂ ਨਾਲ ਕਰਨਾ ਹੈ ਪਰਿਮਾਪ। ਜੋ ਪਰਿਮਾਪ ਦਿੱਤਾ ਗਿਆ ਸਾਡੇ ਕੋਲ ਹੈ 8 12 16 14 20 ਅਤੇ 24। ਸੋ ਕੁਐਸਚਨ ਫਸਟ ਨੂੰ ਅਸੀਂ ਪਹਿਲਾਂ ਰਬ ਕਰ ਲੈਂਦੇ ਹਾਂ। ਹੁਣ ਸਾਡੇ ਕੋਲ ਇੱਕ ਨਵਾਂ ਜਿਹੜਾ ਕਿ ਰੇਖੀ ਗ੍ਰਾਫ ਬਣਨਾ ਹੈ, ਇਸ ਲਈ ਅਸੀਂ ਪਹਿਲੇ ਵਾਲੇ ਨੂੰ ਕੀ ਰੱਬ ਕਰ ਦਿੰਦੇ ਹਾਂ। ਹੁਣ ਫਿਰ ਸਾਡੇ ਕੋਲ ਵਰਗ ਦੀ ਭੁਜਾ ਤੇ ਪਰਿਮਾਪ ਦਿੱਤੇ ਗਏ ਹਨ। ਹੁਣ ਸਭ ਤੋਂ ਪਹਿਲਾਂ ਅਸੀਂ ਵਰਗ ਦੀ ਭੁਜਾ ਤੇ ਵਰਗ ਦੇ ਪਰਿਮਾਪ ਨੂੰ ਜਾਣ ਲੈਂਦੇ ਹਾਂ ਕਿ ਕੀ ਹੁੰਦਾ ਹੈ। ਸਭ ਤੋਂ ਪਹਿਲਾਂ ਆਉਂਦਾ ਹੈ ਵਰਡ ਵਰਗ। ਜਿਸ ਤਰ੍ਹਾਂ ਸਾਡੇ ਕੋਲ ਗ੍ਰਾਫ ਦੇ ਵਿੱਚ ਵੀ ਦੇਖੋ ਤੁਹਾਡੇ ਕੋਲ ਛੋਟੇ ਛੋਟੇ ਵਰਗ ਜਿਹੜੇ ਬਣੇ ਨਜ਼ਰ ਆ ਰਹੇ ਹਨ, ਤੇ ਹੁਣ ਅਸੀਂ ਦੇਖਾਂਗੇ ਵਰਗ ਕੀ ਹੁੰਦਾ ਹੈ। ਵਰਗ ਉਹ ਇੱਕ ਚਤੁਰਭੁਜ ਹੁੰਦੀ ਹੈ, 4 ਭੁਜਾਵਾਂ ਵਾਲੀ ਇੱਕ ਆਕ੍ਰਿਤੀ ਹੁੰਦੀ ਹੈ, ਫਿਗਰ ਹੁੰਦੀ ਹੈ, ਮਤਲਬ ਕਿ ਇੱਕ ਕੁਆਡਰੀਲੇਟਰਲ ਹੁੰਦਾ ਹੈ, ਜਿਸ ਦੀਆਂ ਚਾਰੇ ਭੁਜਾਵਾਂ ਬਰਾਬਰ ਹੁੰਦੀਆਂ ਹਨ। ਜੋ ਅਸੀਂ ਇਹ ਲਾਈਨਸ ਲਗਾਈਆਂ ਹਨ ਇਹ ਦੱਸ ਰਹੀਆਂ ਹਨ ਕਿ ਚਾਰੇ ਭੁਜਾਵਾਂ ਜਿਹੜੀਆਂ ਆਪਸ ਵਿੱਚ ਬਰਾਬਰ ਹਨ। ਸੋ ਇਸ ਦੀ ਭੁਜਾ ਜਿਹੜੀ ਹੈ ਸਾਡੇ ਕੋਲ ਹੈ 2। ਹੁਣ ਇਸ ਦੀਆਂ ਚਾਰੇ ਭੁਜਾਵਾਂ ਬਰਾਬਰ ਤਾਂ ਸਾਰੀਆਂ 2 ਹੋਣਗੀਆਂ। ਦੇਖੋ ਸਾਰੀਆਂ 2 ਕਰਤੀਆਂ ਅਸੀਂ, ਇਹਦਾ ਮਤਲਬ ਕਿ ਇਸ ਦਾ ਜਿਹੜਾ ਪਰਿਮਾਪ ਹੁੰਦਾ ਹੈ, ਪਰਿਮਾਪ ਜਾਂ ਜਿਸ ਨੂੰ ਅਸੀਂ ਬੋਲਦੇ ਹਾਂ ਘੇਰਾ, ਪੈਰੀਮੀਟਰ। ਹੁਣ ਘੇਰੇ ਤੋਂ ਤਾਂ ਕਲੀਅਰ ਹੀ ਹੋਵੇਗਾ ਸਾਨੂੰ ਕਿ ਇਸ ਤੇ ਸਾਰੀਆਂ ਭੁਜਾਵਾਂ ਨੂੰ ਜੋੜ ਦਿਓ ਤਾਂ ਸਾਡੇ ਕੋਲ ਪਰਿਮਾਪ ਆ ਜਾਏਗਾ। ਮਤਲਬ ਕਿ 2 + 2 + 2 + 2 ਬਰਾਬਰ ਆ ਗਿਆ ਸਾਡੇ ਕੋਲ 8। ਸੋ ਇਸ ਤਰ੍ਹਾਂ ਇੱਕ ਤਾਂ ਅਸੀਂ ਜੋੜ ਕੇ 8 ਪ੍ਰਾਪਤ ਕਰ ਲਿਆ। ਦੂਸਰਾ ਜੋ ਸਾਡੇ ਕੋਲ ਸੂਤਰ ਹੁੰਦਾ ਹੈ, ਸੂਤਰ ਵਰਗ ਦਾ ਪਰਿਮਾਪ, ਜਿਸ ਵਿੱਚ ਸਾਡੇ ਕੋਲ ਬਰਾਬਰ ਹੁੰਦਾ ਹੈ 4 × ਭੁਜਾ। ਹੁਣ ਦੇਖੋ ਸਾਡੇ ਕੋਲ 4 ਗੁਣਾ ਕਰੋ ਭੁਜਾ ਕਿੰਨੀ ਹੈ 2, 4 ਦੂਣੀ 8 ਆ ਗਿਆ। ਸੋ ਇਸ ਤਰ੍ਹਾਂ ਹੀ ਫਿਰ ਦੇਖੋ ਭੁਜਾ ਕਿੰਨੀ ਹੈ ਸਾਡੇ ਕੋਲ 3, 4 ਤੀਏ 12। ਸੋ ਫਿਰ ਹੈ ਸਾਡੇ ਕੋਲ 4 × 3.5, 4 ਪੰਜੇ 20, 0.2 ਹਾਸਲ, 4 ਤੀਏ 12, 13, 14। ਸੋ ਇਸ ਤਰ੍ਹਾਂ ਜਿਹੜਾ ਸਾਡੇ ਕੋਲ ਵਰਗ ਦਾ ਪਰਿਮਾਪ ਜਿਹੜਾ ਉਹ 4 ਗੁਣਾ ਭੁਜਾ ਜਿਹੜਾ ਕਿ ਹੁੰਦਾ ਹੈ। ਹੁਣ ਇਸ ਵਿੱਚ ਸਾਡੇ ਕੋਲ ਇੱਕ ਸਾਈਡ ਤੇ ਤਾਂ ਹੈ ਵਰਗ ਦੀ ਭੁਜਾ, ਵਰਗ ਦੀ ਭੁਜਾ, ਦੂਸਰਾ ਹੈ ਸਾਡੇ ਕੋਲ ਪਰਿਮਾਪ। ਹੁਣ ਇਸ ਵਿੱਚ ਵੀ ਸਾਡੇ ਕੋਲ ਇੱਕ ਸੁਤੰਤਰ ਹੈ, ਦੂਸਰਾ ਸਾਡੇ ਕੋਲ ਨਿਰਭਰ ਹੈ। ਹੁਣ ਦੇਖੋ ਵਰਗ ਦੀ ਭੁਜਾ ਤੁਹਾਨੂੰ ਦਿੱਤੀ ਹੋਵੇ ਤਾਂ ਤੁਸੀਂ ਉਹਦਾ ਪਰਿਮਾਪ ਜਿਹੜਾ ਉਹ ਪ੍ਰਾਪਤ ਕਰ ਸਕਦੇ ਹੋ।
ठीक है, सौखा ਜਿਹੜਾ ਇਹੀ ਵੇ ਹੈ ਸਾਡੇ ਕੋਲ ਕਿ ਵਰਗ ਦੀ ਭੁਜਾ ਜਿਹੜੀ ਹੈ ਉਹ ਗਿਵਨ ਹੈ ਤੇ ਪਰਿਮਾਪ ਅਸੀਂ ਨਾਲ ਦੀ ਨਾਲ ਜਿਹੜਾ ਉਸ ਦਾ ਫਾਰਮੂਲੇ ਨਾਲ ਸੂਤਰ ਦੇ ਨਾਲ ਲਗਾ ਕੇ ਅਸੀਂ ਪਤਾ ਕਰ ਰਹੇ ਹਾਂ। ਇਸ ਲਈ ਇਹ ਸਾਡੇ ਕੋਲ ਕੀ ਹੋ ਗਿਆ ਸੁਤੰਤਰ, ठीक है, ये साडे को हो गया निर्भर, ये साडे को इंडिपेंडेंट, ये साडे को डिपेंडेंट। सो वर्ग की भुजा देखो साडे को है 2 3 3.5 5 6, परिमाप कितना है 8 12 14 16 अते सॉरी 20 अते 24। इन्हां दोवां दे नाल साडे कोल एक पॉइंट बनेगा ए अते इन्हां दोवां दे नाल पॉइंट बनेगा बी, इन्हां दोवां दे नाल पॉइंट बनेगा सी अते इन्हां दोवां दे नाल पॉइंट बनेगा डी अते इन्हां दोवां दे नाल पॉइंट बनेगा साडे कोल ई। हुण असीं जिहड़ा कि सुतंत्र चीज़ है उसनूं असीं अपने एक्स तो रेते दर्शाना है। सो एक्स तो रेते साडे कोल की आ जाएगा वर्ग दी भुजा, इस साइड ते साडे कोल आएगा वर्ग दी भुजा अते इस साइड ते साडे कोल आएगा वर्ग दा परिमाप। तो असीं लिखते हाँ वर्ग दा परिमाप जो साडे को है सेंटीमीटर दे विच। सो वर्ग की भुजा भी जो साडे को काहदे च है सेंटीमीटर दे विच। हुण साडे को वर्ग की भुजा 2 3 3.5 5 6 दिती गई है। हुण साडे को इस साइड ते हैगे ने वर्ग। सो असीं वर्गां नूं इस दे विच किस तरह जिहड़ा कि दर्शाना है, असी जिहड़ा कि एक वर्ग बराबर मानते हाँ अपने ग्राफ वाला 4 वर्गां दे। सो मतलब कि 1 सेंटीमीटर सॉरी 1 सेंटीमीटर बराबर होएगा 4 वर्ग। सो देखो 1 2 3 4 ये साडे कोल 1 सेंटीमीटर, 1 2 3 4 2 सेंटीमीटर, 1 2 3 4 3 सेंटीमीटर, 1 2 3 4 4 सेंटीमीटर, 1 2 3 4 5 सेंटीमीटर, 1 2 3 4 6 सेंटीमीटर, 1 2 3 4 7 सेंटीमीटर। फिर साडे को है वर्ग का परिमाप 8 12 14 20 24। सो इस दे विच भी जिहड़ा साडे कोल 4 सेंटीमीटर होवेगा उसनूं असीं अपने 4 वर्गां दे जिहड़ा कि बराबर करांगे। सो देखो 1 2 3 1 2 3 4 1 2 3 4 1 2 3 4 1 2 3 4 1 2 3 4 1 2 3 4 1 2 3 4 1 2 3 4 1 2 3 4 1 2 3 4। हुण देखते साडे कोल सब तो पहला आंदा इत्थे 4, फिर 8, फिर 12, फिर साडे कोल आंदा है 16, फिर साडे कोल आंदा है 20, फिर आंदा है 24 ते फिर आ गया 28 साडे कोल, फिर आ गया 32 36 अते 40। सो इस तरह असीं वाई तो रेते जिहड़ा अपना कि परिमाप नूं जिहड़ा कि दर्शा लिया है। हुण असीं अपने पॉइंट्स जिहड़े हन ए बी सी डी अते ई उन्हां नूं दर्शावांगे। ए पॉइंट देखो साडे कोल जिहड़ी वर्ग की भुजा कितनी है 2 अते परिमाप कितना है 8। सो वर्ग की भुजा 2 साडे कोल ए पई है, 8 कित्थे है साडे कोल परिमाप उपर वाल है, इसलिए असीं नीचे तो उपर वाल जावांगे। ये देखो साडे कोल लाइन उपर गई, इस साइड तो असीं 8 तो सज्जे पासे वाल आने हाँ तो दोवें रेखावां आपस में एक पॉइंट ते कटदियां ते जो साडे कोल पॉइंट साडा है ए, इत्थे भुजा कितनी है 2, परिमाप कितना है 8। फिर साडे कोल वर्ग की भुजा आती है 3 अते वर्ग का परिमाप कितना होवेगा दिता है 12 दिता है। देखो 3 तो असीं उपर वाल गए इस रेखा के उपर, सो 12 तो असीं सज्जे पासे वाल आने हाँ तो साडे कोल दोवें रेखावां आपस में जिस पॉइंट ते कटदियां वो पॉइंट बनता है बी। फिर असीं अगला जिहड़ी भुजा है वर्ग की देखते हैं 3.5। सो 3.5 कित्थे आंदा है देखो ये है 3 ते ये है साडे कोल 4 3 4। इस दे विच एक साडे कोल लाइन इधर आंदी है, एक इत्थे आंदी है, एक लाइन इधर आंदी है। देखो हुण साडे कोल 3.5 का मतलब है कि 3 1/2। हुण 1/2 का मतलब हुंदा है अद्धा, 3 दे नाल अद्धा होर लगाणिया सी। सो हाफ जिहड़ा आंदा है सी इसदा जिहड़ा कि अद्ध कर देना है जो साडे कोल 1 ते 2 दूजे वर्ग ते जाके साडे कोल अद्ध हो जाता है। इसका मतलब 1 2 ये पॉइंट आता है साडे कोल जिहड़ा साडे कोल दर्शाता है 3.5। सो 3.5 तो असीं उपर वाले चाहते हैं तो साडे कोल वर्ग का परिमाप जो दिता गया है वो साडे कोल कितना है 14, जिसनों असीं 4 नाल गुणा करके 3.5 नूं प्राप्त कर सकते हैं। सो 14 कित्थे आंदा देखो 12 12 तो 13 14 15 16, इसका मतलब कि ये साडे कोल आंदा है 14।
14। ਸੋ 3.5 ਨੂੰ ਅਸੀਂ ਜਿਹੜਾ ਕਿ ਕਾਨਾ ਬਣਾਉਂਦੇ ਹਾਂ 14 ਦੇ ਨਾਲ, ਤੇ ਸਾਡੇ ਕੋਲ ਜਿਸ ਬਿੰਦੂ ਤੇ ਕੱਟਦੇ ਹਨ ਪੁਆਇੰਟ ਬਣ ਜਾਂਦਾ ਹੈ ਸਾਡਾ ਪੁਆਇੰਟ C। फिर देखो साडे को वर्ग की भुजा है 5 ਅਤੇ परिमाप कितना है 20। सो वर्ग की भुजा 5 ये है, परिमाप भी ऊपर पिया है। 5 तो ऊपर वाल जावांगे ਅਸੀਂ, देखो ये जा रहे ਸੀ 5 ਤੋਂ ਉੱਪਰ ਦੇ ਵੱਲ ਲਾਈਨ ਦੇ ਉੱਪਰ ਚੱਲਦੇ ਰਹਿਣਾ ਹੈ। ਫਿਰ ਅਸੀਂ 20 ਤੋਂ ਇੱਕ ਰੇਖਾ ਜਿਹੜੀ ਸੱਜੇ ਪਾਸੇ ਵੱਲ ਬਣਾਉਂਦੇ ਹਾਂ, ਇਹ ਸਾਡੇ ਕੋਲ ਦੋਵੇਂ ਰੇਖਾਵਾਂ ਜਿਸ ਪੁਆਇੰਟ ਤੇ ਕੱਟਦੀਆਂ ਨੇ ਸਾਡੇ ਕੋਲ ਪੁਆਇੰਟ ਬਣਾਉਂਦੀਆਂ ਹਨ D। ਇਸ ਤਰ੍ਹਾਂ ਸਾਡੇ ਕੋਲ 4 ਪੁਆਇੰਟ A B C ਅਤੇ D ਬਣ ਜਾਂਦੇ ਹਨ। ਹੁਣ ਸਾਡੇ ਕੋਲ वर्ग की भुजा ਫਿਰ ਆਉਂਦੀ ਹੈ 6 ਅਤੇ वर्ग ਦਾ परिमाप कितना है 24। सो वर्ग की भुजा 6 साडे कोल ये है। सो देखो साडे कोल वर्ग की भुजा 6 है ते 24 साडे कोल परिमाप ऊपर वाल पिया है, तो इत्थों असीं ऊपर वाल जावांगे। देखो असीं इस लाइन के ऊपर जाना है बिल्कुल। फिर 24 तो असीं सज्जे पासे वाल आंदे हां तां साडे कोल दोवें रेखावां जिस पॉइंट ते कटदियां साडे कोल पॉइंट बनाउंदियां E। सो इस तरह साडे कोल एक रेखा जिहड़ी बन के तैयार होवेगी। देखो A ਨੂੰ B ਨਾਲ ਮਿਲਾਓ, B ਨੂੰ C ਨਾਲ, C ਨੂੰ D ਦੇ ਨਾਲ ਤੇ D ਨੂੰ E ਦੇ ਨਾਲ ਮਿਲਾ ਦਿੱਤਾ ਗਿਆ, ਤੇ ਸਾਡੇ ਕੋਲ ਜਿਹੜੀ ਇੱਕ ਰੇਖਾ ਹੈ ਉਹ ਕੀ ਬਣ ਜਾਂਦੀ ਹੈ ਬਰਾਬਰ AE। ਸਾਡੇ ਕੋਲ ਇੱਕ ਰੇਖਾ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਇਹ ਸਾਡੇ ਕੋਲ ਇੱਕ ਰੇਖੀ ਗ੍ਰਾਫ ਜਿਹੜਾ ਕਿ ਉਹ ਬਣਦਾ ਹੈ। ਸੋ ਰੇਖੀ ਗ੍ਰਾਫ ਕਿਹੜਾ ਹੁੰਦਾ ਹੈ, ਜਿਸ ਦੀ ਲਾਈਨ ਜਿਹੜੀ ਹੈ ਸਾਡੇ ਕੋਲ ਬਿਲਕੁਲ ਸਿੱਧੀ ਬਣਦੀ ਹੈ। ਸੋ ਰੇਖੀ ਗ੍ਰਾਫ ਦੇ ਬਾਰੇ ਜਾਣਦੇ ਹਾਂ ਥੋੜਾ ਜਿਹਾ ਅਸੀਂ। ਦੇਖੋ रेखी ग्राफ। सो इस दे जां तां लाइन साडे को इस तरह x दे बिल्कुल समांतर बनेगी, ठीक है। ये हैगी साडे को x धुरे दे समांतर, जां साडे को इस तरह y धुरे दे समांतर, जां फिर साडे को इस तरह किसी भी तरह जिहड़ी लाइन है बिल्कुल जिहड़ी कि वो सीधी बनेगी। इस तरह साडी कोई लाइन बन रही है, इसलिए ये साडे कोल की है एक, इसलिए ये एक रेखी ग्राफ है। सो जो असी क्वेश्चन का आंसर देना सी वो ही दसना सी कि ये रेखी ग्राफ बनाता है या कि नहीं बनाता है। सो इस तो बाद साडे कोल क्वेश्चन नंबर आता है 3rd से, ते जो क्वेश्चन है साडा वो क्वेश्चन ही बिल्कुल इस तरह वर्ग के नाल ही साडा मिलता जुलता है। जिस तरह इस दे विच वर्ग की भुजा दी गई सी, उस दे विच भी साडे कोल वर्ग की भुजा है, और वर्ग की भुजा जो है साडे कोल अलग अलग रहेगी। और नीचे वाला जो कॉलम है साडे कोल उस दे विच वेखांगे कि साडे कोल की दिता है। इस ते परिमाप सी साडे कोल, ते उस दे विच साडे कोल दिता गया है खेत्रफल। ये साडे कोल आंदा है खेत्रफल, जिसनूं असीं बोलदे हां एरिया, जो साडे कोल है सेंटीमीटर वर्ग दे विच या सेंटीमीटर स्क्वायर दे विच दिता होया। सो वर्ग की भुजा साडे कोल किन्नी किन्नी दित्ती गई है 2 3 4 5 ਅਤੇ 6। सो वर्ग का खेत्रफल। सो वर्ग बारे तो असीं पिछले क्वेश्चन भी जाणिया है, साडे कोल की सीगा कि जिसदियां चारे भुजावां बराबर हुंदियां हन, ते हुण असीं जाणांगे वर्ग का खेत्रफल। सो वर्ग का खेत्रफल की हुंदा है भुजा गुणा भुजा, जां फिर भुजा का वर्ग, जां फिर असीं लिखदे हां साइड का स्क्वायर। सो इस दे विच भी असीं दसना है, दसो कि ग्राफ एक रेखी ग्राफ है। सो इसका जिहड़ा असीं आंसर है वो क्वेश्चन दे विच देना है। सो वर्ग का खेत्रफल भुजा गुणा भुजा हो गया, साडे कोल साइड का स्क्वायर हो गया। इसका मतलब कि जे वर्ग की भुजा साडे कोल 2 है तो इसका खेत्रफल कितना होएगा साडे कोल 2 गुणा 2 बराबर आ जाएगा साडे कोल 4। ਹੁਣ ਧਿਆਨ ਰੱਖੋ ਨਾਲ ਦਿੱਤਾ ਸੈਂਟੀਮੀਟਰ ਦੀ 2। ਸੋ वर्ग की भुजा कितनी सी सेंटीमीटर, नाल इसते भी सेंटीमीटर आया, इधर भी सेंटीमीटर आया, साडे को सेंटीमीटर नाल मल्टीप्लाई हो गया या गुणा हो गया, तो साडे को बन गया 4 सेंटीमीटर की 2। सो ये जो साडे को पुराना ग्राफ बनया है इसमें करते हैं साफ। असीं अपना नवा ग्राफ बनाना है, क्योंकि हुण फिर पिछले क्वेश्चन की तरह ही साडे कोल एक चीज स्वतंत्र होगी ते दूसरी साडे कोल जिहड़ी कि निर्भर होगी। सो सब तो पहला साडे कोल वर्ग की भुजा, साइड ऑफ स्क्वायर नाल है साडे कोल एरिया खेत्रफल,
ਸੋ ਖੇਤਰਫਲ ਦੇ ਸਾਈਡ ਸਾਡੇ ਕੋਲ ਕੀ ਦਿੱਤੇ ਹਨ ਦੇਖਦੇ ਹਾਂ 2 3 4 5 ਅਤੇ 6। ਹੁਣ ਇਸ ਦਾ ਖੇਤਰਫਲ ਸਾਡੇ ਕੋਲ ਕਿੰਨਾ ਹੈ 4, ਇਸ ਦਾ ਕਿੰਨਾ ਹੈ 9, ਇਸ ਦਾ ਕਿੰਨਾ ਹੈ 16, ਇਸ ਦਾ ਹੈ ਸਾਡੇ ਕੋਲ 25। ਫਿਰ ਸਾਡੇ ਕੋਲ ਹੈ ਖੇਤਰਫਲ ਜੋ ਦਿੱਤਾ ਹੋਇਆ 36। 4 9 16 25 ਤੇ 36 ਦਿੱਤੇ ਹੋਏ ਹਨ। ਦੇਖੋ 4 ਚੁੱਕੇ 16 3 ਤੀਏ 9 ਦੇਖੋ 2 दूनी 4 3 ਤੀਏ 9 4 ਚੁੱਕੇ 16 5 5 25 6 6 36। ਸੋ ਇਹ ਆ ਗਿਆ ਸਾਡੇ ਕੋਲ 4 9 16 25 ਅਤੇ 36। ਸੋ ਇਹ ਸਾਡੇ ਕੋਲ ਪੁਆਇੰਟ ਬਣਦਾ ਹੈ ਉੱਪਰ A ਪੁਆਇੰਟ ਬਣੇਗਾ, A ਪੁਆਇੰਟ ਬਣੇਗਾ B, A ਪੁਆਇੰਟ ਬਣੇਗਾ ਸਾਡਾ C, A ਪੁਆਇੰਟ ਬਣੇਗਾ ਸਾਡਾ D, A ਪੁਆਇੰਟ ਬਣੇਗਾ ਸਾਡਾ E। ਸਾਡੇ ਕੋਲ 5 ਪੁਆਇੰਟ ਬਣਨਗੇ। ਸੋ ਇਸ ਦੇ ਵਿੱਚ ਵੀ ਸਾਡੀ ਜਿਹੜੀ ਵਰਗ ਦੀ ਭੁਜਾ ਹੈ ਉਹ ਕੀ ਰਹੇਗੀ ਸੁਤੰਤਰ ਰਹੇਗੀ ਸਾਡੇ ਕੋਲ, यानी कि इंडिपेंडेंट रहेगी। ਅਤੇ ਇਹ ਸਾਡੇ ਕੋਲ ਕੀ ਹੋਵੇਗਾ ਖੇਤਰਫਲ ਜਿਹੜਾ ਕਿ ਨਿਰਭਰ ਹੋਵੇਗਾ, डिपेंडेंट है। ਸੋ ਹੁਣ ਸਾਨੂੰ ਪਤਾ ਹੈ ਸੁਤੰਤਰ ਚੀਜ਼ ਸਾਡੇ ਕੋਲ ਕਿੱਥੇ ਆਣੀ ਹੈ x ਤੋਂ रहते है, ਤੇ ਜਿਹੜੀ असुतंत्र है निर्भर है डिपेंडेंट है उसਨੂੰ ਅਸੀਂ y ਤੋਂ रहते ਲਿਖਣਾ ਹੈ। ਇਹ ਦੇਖੋ ਸਾਡੇ ਕੋਲ ਆਉਂਦਾ ਹੈ O, इधर साडे को आंदा है वर्ग दी भुजा, वर्ग दी भुजा ते इस साइड ते साडे को आएगा वर्ग दा खेत्रफल जो साडे को है सेंटीमीटर वर्ग दे विच, जो वर्ग दी भुजा है वो साडे को किस दे विच है सेंटीमीटर दे विच है। ये साडे को है साडा एक्स एक्सिस। हुण देखो असी जिहड़ा कि भुजा दित्ती है 2 3 4 5 उसनूं असी इन्हां वर्गां दे रूप विच किस तरह दर्शाना है। सो साडे को जिहड़ा 1 सेंटीमीटर होएगा वो बराबर असी लवांगे 4 सेंटीमीटर। ये साडे को है वर्ग दी भुजा, वर्ग दी भुजा। सो 1 2 3 4 4 वर्ग साडे को वर्ग दी भुजा आ गई 1 सेंटीमीटर, 1 2 3 4 साडे को आ गई 2 सेंटीमीटर, 1 2 3 4 साडे को आ गई 3 सेंटीमीटर, 1 2 3 4 4 सेंटीमीटर, 1 2 3 4 साडे को आ गई 5 सेंटीमीटर, 1 2 3 4 6 सेंटीमीटर, 1 2 3 4 साडे को आ गई 7 सेंटीमीटर। सो ये तो हुई वर्ग दी भुजा दर्शाई असी। फिर असी दर्शाना है खेत्रफल। सो खेत्रफल दर्शाने के लिए असी की करते हैं 4 9 16 25 साडे को 36 दिता गया है। इस दे विच असी 4 सेंटीमीटर है जो साडा उसनूं असी 4 ये साडे को 4 वर्ग के बराबर सीगा, ये वाले 4 सेंटीमीटर जिहड़ा बराबर होगा 4 साडे को वर्गां दे बराबर जिहड़ा कि आवेगा। देखो 1 2 3 4 ये साडे को आ गया 4 सेंटीमीटर स्केयर, 1 2 3 4 ये साडे को आ गया 8 सेंटीमीटर स्केयर, 1 2 3 4 12 सेंटीमीटर स्केयर, 1 2 3 4 16 सेंटीमीटर स्केयर, 1 2 3 4 20 सेंटीमीटर स्केयर, 1 2 3 4 24 सेंटीमीटर स्केयर, 1 2 3 4 28 सेंटीमीटर स्केयर, 1 2 3 4 32 सेंटीमीटर स्केयर, 1 2 3 4 36 सेंटीमीटर स्केयर, 1 2 3 4 साडे को आ गया 40 सेंटीमीटर स्केयर। सो साडे को सारियां जिहड़ियां कि वैल्यूज सन सानू ग्राफ के उपर अवेलेबल जिहड़ियां कि हो गई हैं बन गई हैं। सो हुण असीं बस अपने पॉइंट ने वो ग्राफ के उपर दर्शाने हैं। सो सब तो पहला देखो वर्ग की भुजा 2 खेत्रफल कितना 4, वर्ग की भुजा 2 साडी कोई पई है, खेत्रफल 4 कित्थे है उपर वाल है। इत्थों असीं उपर वाल एक लाइन बनाने हैं। देखो ये बनी इस तरह 4 तो असीं इस साइड ते साडे को दोवें जिहड़ियां लाइनस ने इस पॉइंट ते जिहड़ा कि कट रही हैं, जिस नाल साडे को पॉइंट जिहड़ा बन रहा है ए पॉइंट। फिर साडे को वर्ग की भुजा 3 और खेत्रफल कितना है 9, वर्ग की भुजा 3 खेत्रफल 9 कित्थे है। देखो इस दे विच 9 साडे को नहीं दिख रहा, इसका मतलब ये 8 है ये 12 है। देखो 8 तो बाद 9 10 11 12, इसका मतलब कि ये जिहड़ा उपर वाला एक वर्ग है साडे को 9 दर्शाएगा। 9 तो असीं चलते हैं अपने सज्जे पासे वाल, ये चल गए असीं 3 तो असीं उपर वाल गए, जिस नाल साडे को दोवें रेखावां कट्टियां गईयां ते साडे को पॉइंट बन गया बी पॉइंट।
फिर देखो साडे कोल 4 ਅਤੇ 16 वर्ग की भुजा 4 ਖੇਤਰਫਲ कितना 16 16 तो ਅਸੀਂ ਸੱਜੇ ਪਾਸੇ ਵੱਲ ਚੱਲਦੇ ਹਾਂ ਠੀਕ ਆ 4 ਤੋਂ ਅਸੀਂ ਉੱਪਰ ਵੱਲ ਚੱਲਦੇ ਹਾਂ ਇਹ ਦੇਖੋ ਅਸੀਂ ਜਾ ਰਹੇ ਹਾਂ ਉੱਪਰ ਵੱਲ ਸਾਡੇ ਕੋਲ ਦੋਵੇਂ ਹੀ ਰੇਖਾਵਾਂ ਜਿਹੜੀਆਂ ਇਸ ਪੁਆਇੰਟ ਤੇ ਕੱਟਦੀਆਂ ਤੇ ਪੁਆਇੰਟ ਬਣਦਾ ਸਾਡੇ ਕੋਲ ਪੁਆਇੰਟ ਸੀ ਫਿਰ ਦੇਖੋ ਸਾਡੇ ਕੋਲ वर्ग की भुजा 5 ਅਤੇ ਖੇਤਰਫਲ 25 वर्ग की भुजा कितनी है 5 ਖੇਤਰਫਲ 25 ਕਿੱਥੇ ਪਿਆ ਸਾਡੇ ਕੋਲ ਉੱਪਰ ਵੱਲ ਪਿਆ ਹੈ ਸੋ 25 ਦੇਖਦੇ ਹਾਂ ਸਾਡੇ ਕੋਲ ਕਿੱਥੇ ਆਉਂਦਾ ਹੈ ਦੇਖੋ 24 25 26 27 28 ਇਹਦਾ ਮਤਲਬ ਕਿ ਇਹ ਜਿਹੜਾ ਪੁਆਇੰਟ ਆ ਸਾਡੇ ਕੋਲ ਹੈ 25 ਵਾਲਾ ਸੋ ਇੱਥੋਂ ਅਸੀਂ ਰੇਖਾ ਜਿਹੜੀ ਹੈ ਸੱਜੇ ਪਾਸੇ ਵੱਲ ਖਿੱਚ ਲਈ ਇੱਥੋਂ ਨੀਚੇ ਤੋਂ ਉੱਪਰ ਗਏ ਸੀ ਇਹ ਦੋਵੇਂ ਕੱਟੀਆਂ ਸਾਡੇ ਕੋਲ ਪੁਆਇੰਟ ਬਣਦਾ ਹੈ ਪੁਆਇੰਟ ਡੀ ਫਿਰ ਦੇਖੋ ਸਾਡੇ ਕੋਲ वर्ग की भुजा 6 ਅਤੇ ਖੇਤਰਫਲ ਕਿੰਨਾ ਆਉਂਦਾ ਹੈ 36 ਆਉਂਦਾ ਹੈ वर्ग की भुजा कितनी है 6 ਉੱਪਰ ਵੱਲ ਚੱਲਦੇ ਹਾਂ 36 ਕਿਉਂਕਿ ਸਾਡੇ ਕੋਲ y ਧੁਰੇ ਤੇ ਪਿਆ ਹੈ ਸੋ ਇਹ ਆਉਂਦਾ ਹੈ ਸਾਡੇ ਕੋਲ 36 36 ਤੋਂ ਅਸੀਂ ਸੱਜੇ ਪਾਸੇ ਵੱਲ ਚੱਲਦੇ ਹਾਂ ਦੋਵੇਂ ਰੇਖਾਵਾਂ ਆਪਸ ਵਿੱਚ ਇੱਕ ਪੁਆਇੰਟ ਤੇ ਕੱਟਦੀਆਂ ਹਨ ਜੋ ਪੁਆਇੰਟ ਹੈ ਸਾਡਾ E ਪੁਆਇੰਟ ਸੋ ਹੁਣ ਸਾਡੇ ਕੋਲ ਜੋ ਰੇਖਾ ਬਣੇਗੀ ਉਹ ਕੀ ਬਣਦੀ ਹੈ ਵੇਖਦੇ ਹਾਂ ਰੇਖਾ ਬਰਾਬਰ ਹੋਵੇਗੀ ਰੇਖਾਖੰਡ ਕਿਹੜੇ ਕਿਹੜੇ ਹੋਣਗੇ ਸਾਡੇ ਕੋਲ ਇੱਕ AB ਹੋਏਗਾ ਪਲੱਸ BC ਪਲੱਸ CD ਪਲੱਸ DE ਸੋ ਸਾਡੇ ਕੋਲ ਚਾਰ ਰੇਖਾਖੰਡ ਜਿਹੜੇ ਆਪਸ ਵਿੱਚ ਅਸੀਂ ਮਿਲਾਵਾਂਗੇ ਸੋ ਪਹਿਲਾ ਰੇਖਾਖੰਡ ਦੇਖੋ ਸਾਡੇ ਕੋਲ A ਨੂੰ B ਦੇ ਨਾਲ ਮਿਲਾਇਆ B ਨੂੰ C ਦੇ ਨਾਲ ਮਿਲਾਇਆ C ਨੂੰ ਅਸੀਂ D ਦੇ ਨਾਲ ਮਿਲਾਇਆ ਸੋ D ਨੂੰ ਅਸੀਂ E ਦੇ ਨਾਲ ਜਿਹੜਾ ਕਿ ਮਿਲਾਉਂਦੇ ਹਾਂ ਸੋ ਇਸ ਤਰ੍ਹਾਂ ਇਹ ਸਾਡੇ ਕੋਲ ਇੱਕ ਰੇਖਾ ਜਿਹੜੀ ਹੈ ਉਹ ਬਣ ਕੇ ਜਿਹੜੀ ਕਿ ਤਿਆਰ ਹੁੰਦੀ ਹੈ ਸੋ ਇਹ ਦੇਖੋ ਰੇਖਾ ਸਾਡੇ ਕੋਲ ਇੱਥੋਂ A to B ਜਾਂਦੀ ਹੈ ਫਿਰ ਜਾਂਦੀ ਹੈ ਸਾਡੇ ਕੋਲ B to C C ਤੋਂ ਫਿਰ ਸਾਡੇ ਕੋਲ ਇਸ ਤਰ੍ਹਾਂ D ਵੱਲ ਜਾਂਦੀ ਹੈ ਤੇ D ਤੋਂ ਫਿਰ ਸਾਡੇ ਕੋਲ ਇਸ ਤਰ੍ਹਾਂ ਜਿਹੜੀ ਕਿ ਇਹ ਰੇਖਾ E ਦੇ ਵੱਲ ਜਿਹੜੀ ਕਿ ਜਾ ਰਹੀ ਹੈ ਸੋ ਰੇਖਾ ਦੇਖੋ ਥੋੜੀ ਜਿਹੀ ਸਾਡੇ ਕੋਲ ਕਿਸ ਤਰ੍ਹਾਂ ਬਣ ਰਹੀ ਹੈ ਰੇਖਾ ਬਣਦੀ ਹੈ AE ਸੋ ਰੇਖਾ ਕਿੱਦਾਂ ਬਣ ਰਹੀ ਹੈ ਥੋੜੀ ਜਿਹੀ ਸਾਡੇ ਕੋਲ ਇਸ ਤਰ੍ਹਾਂ ਜਾ ਕੇ ਇਸ ਤਰ੍ਹਾਂ ਜਿਹੜੀ ਕਿ ਹੋ ਰਹੀ ਹੈ ਦੇਖੋ ਬਿਲਕੁਲ ਜਿਹੜੀ ਕਿ ਸਟ੍ਰੇਟ ਲਾਈਨ ਨਹੀਂ ਸਾਡੇ ਕੋਲ ਬਣ ਰਹੀ ਸਿੱਧੀ ਰੇਖਾ ਸਾਡੇ ਕੋਲ ਬਿਲਕੁਲ ਜੇ ਸਿੱਧੀ ਹੁੰਦੀ ਸਾਡੇ ਕੋਲ ਇਸ ਤਰ੍ਹਾਂ ਹੋਣੀ ਸੀ ਸੋ ਇਹ ਦੇਖੋ ਥੋੜੀ ਜਿਹੀ ਸਾਡੇ ਕੋਲ ਇੱਥੋਂ ਜਿਹੜਾ ਕਿ ਇਹ ਮੁੜ ਰਹੀ ਹੈ ਇੱਥੋਂ ਇਸ ਸਾਈਡ ਤੇ ਇਸ ਪੁਆਇੰਟ ਤੋਂ ਮੁੜ ਰਹੀ ਹੈ ਨਾ ਸਾਡੇ ਕੋਲ ਦੇਖੋ ਇੱਥੋਂ ਥੋੜਾ ਇਸ ਤਰ੍ਹਾਂ ਹੋ ਰਹੀ ਹੈ ਸੋ ਇਸ ਕਰਕੇ ਇਹ ਜਿਹੜਾ ਗ੍ਰਾਫ ਹੈ ਸਾਡੇ ਕੋਲ ਇਹ ਰੇਖੀ ਗ੍ਰਾਫ ਜਿਹੜਾ ਕਿ ਨਹੀਂ ਹੋਵੇਗਾ ਸੋ ਰੇਖੀ ਗ੍ਰਾਫ ਕਿਹੜਾ ਹੁੰਦਾ ਹੈ ਜਿਸ ਦੀ ਲਾਈਨ ਬਿਲਕੁਲ ਸਿੱਧੀ ਹੋਵੇ ਇਸ ਦੀ ਰੇਖਾ ਸਿੱਧੀ ਨਹੀਂ ਹੈ ਇਸ ਲਈ ਇਹ ਰੇਖੀ ਗ੍ਰਾਫ ਨਹੀਂ ਹੈ ਸੋ ਇਹ ਸੀ ਸਾਡਾ ਕੁਐਸਚਨ 3rd ਜਿਸ ਵਿੱਚ ਅਸੀਂ ਇੱਕ ਗ੍ਰਾਫ ਬਣਾਇਆ ਰੇਖੀ ਗ੍ਰਾਫ ਬਣਾਇਆ ਪਰ ਰੇਖੀ ਗ੍ਰਾਫ ਦੀ ਜੋ ਪਰਿਭਾਸ਼ਾ ਹੈ ਉਸ ਦੇ ਅਨੁਸਾਰ ਕਿ ਰੇਖੀ ਗ੍ਰਾਫ ਕੀ ਹੁੰਦਾ ਹੈ ਕਿ ਜਿਹੜੀ ਲਾਈਨ ਹੁੰਦੀ ਹੈ ਸਾਡੇ ਕੋਲ ਬਿਲਕੁਲ ਹੀ ਸਿੱਧੀ ਹੁੰਦੀ ਹੈ ਤੇ ਇਸ ਦੇ ਵਿੱਚ ਸਾਡੇ ਕੋਲ ਬਿਲਕੁਲ ਸਿੱਧੀ ਲਾਈਨ ਨਹੀਂ ਬਣ ਰਹੀ ਇਸ ਕਰਕੇ ਇਹ ਸਾਡੇ ਕੋਲ ਕਿਹਾ ਕਿ ਇਹ ਇੱਕ ਰੇਖੀ ਗ੍ਰਾਫ ਜਿਹੜਾ ਕਿ ਨਹੀਂ ਹੈ ਥੈਂਕ ਯੂ